ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਚੌਥਾ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ। ਚੱਲ ਰਹੀ ਲੜੀਵਾਰ ਵਿਚਾਰ 348 ਅੰਗ 'ਤੇ ਸਤਿਗੁਰੂ ਕਿਰਪਾ ਕਰ ਰਹੇ ਹਨ। ਦੁੱਖ ਭੰਜਨੀ ਬੇਰੀ ਦੇ ਹੇਠਾਂ ਸਤਿਗੁਰੂ ਬਿਰਾਜਮਾਨ ਸਨ। ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ, ਜਿਸ ਪ੍ਰਕਾਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੋ ਦਰ ਗਾਇਆ ਹੈ, ਆਪ ਜੀ ਵੀ ਐਸਾ ਉਪਦੇਸ਼ ਸਰਵਣ ਕਰਾਓ। ਤਦ ਸਤਿਗੁਰਾਂ ਨੇ ਸਿੱਖਾਂ ਦੇ ਪ੍ਰਥਾਏ ਸਰਬ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਸਮੇਂ ਪਹਿਲੇ ਪਾਤਸ਼ਾਹ ਜੀ ਦੇ ਸੋ ਦਰ ਸ਼ਬਦ ਦੇ ਨਾਲ ਮਿਲਦਾ ਹੋਇਆ ਪ੍ਰਕਰਣ ਜਾਣ ਕਰਕੇ ਇਹ ਸ਼ਬਦ ਪਹਿਲੇ ਪਾਤਸ਼ਾਹ ਜੀ ਦੇ ਸ਼ਬਦਾਂ ਦੇ ਨਾਲ ਹੀ ਇੱਥੇ ਲਿਖਣਾ ਕੀਤਾ ਹੈ। ਆਸਾ ਰਾਗ ਵਿੱਚ ਚੌਥੇ ਪਾਤਸ਼ਾਹ ਜੀ ਉਚਾਰਨ ਕਰਦੇ ਹਨ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ। ਸੋ ਕਹੀਏ ਉਹ ਪੁਰਖ ਪੂਰਨ ਪਰਮੇਸ਼ਰ ਨਿਰੰਜਨ ਸ਼ੁੱਧ ਸਰੂਪ ਹੈ। ਉਹ ਹਰੀ ਪਰਮੇਸ਼ਰ ਸਾਰਿਆਂ ਵਿੱਚ ਪੂਰਨ ਵਿਆਪਕ ਹੈ ਅਤੇ ਨਿਰੰਜਨ ਮਾਇਆ ਕਾਲਖ ਤੋਂ ਰਹਿਤ ਹੈ। ਉਹ ਹਰੀ ਪ੍ਰਭੂ ਅਗਮਾ ਅਗਮ ਮਨ ਬਾਣੀ ਸਰੀਰ ਕਰਕੇ ਪਹੁੰਚ ਤੋਂ ਪਰੇ ਹੈ ਅਤੇ ਅਪਾਰਾ ਕਹੀਏ ਪਾਰਾਵਾਰ ਤੋਂ ਰਹਿਤ ਹੈ। ਅਗਮਾ ਵੇਦਾਂ ਕਰਕੇ ਵੀ ਅਗਮ ਹੈ ਅਤੇ ਪ੍ਰਕਿਰਤੀ ਕਰਕੇ ਵੀ ਅਪਾਰਾ ਕਹੀਏ ਪਾਰਾਵਾਰ ਤੋਂ ਰਹਿਤ ਹੈ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਹੇ ਪਰਮੇਸ਼ਰ ਜੀ, ਤੇਰੇ ਸਰਗੁਣ ਸਰੂਪ ਨੂੰ ਸਾਰੇ ਹੀ ਧਿਆਉਂਦੇ ਹਨ, ਤੁਹਾਡੇ ਨਿਰਗੁਣ ਸਰੂਪ ਨੂੰ ਵੀ ਸਾਰੇ ਹੀ ਧਿਆਉਂਦੇ ਹਨ ਜੀ। ਹੇ ਹਰੀ ਸੱਚੇ ਤ੍ਰੈ ਕਾਲ ਆਬਾਦ ਰੂਪ ਪਰਮੇਸ਼ਰ, ਤੁਸੀਂ ਹੀ ਸਿਰਜਣਹਾਰਾ ਜਗਤ ਨੂੰ ਰਚਣ ਵਾਲੇ ਹੋ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਹੇ ਮਹਾਰਾਜ, ਜਿਤਨੇ ਵੀ ਸਾਰੇ ਜੀਵ ਜੰਤ ਹਨ ਉਹ ਸਾਰੇ ਤੁਮਾਰੇ ਕੀਏ ਤੁਹਾਡੇ ਹੀ ਪੈਦਾ ਕੀਤੇ ਹੋਏ ਆ ਅਤੇ ਤੂੰ ਸਾਰੇ ਜੀਆਂ ਦਾ ਦਾਤਾਰਾ ਦਾਤਾ ਰੂਪ ਹੈ, ਭਾਵ ਦਾਤਾ ਰੂਪ ਹੈ ਤੇ ਦਾਤਾਂ ਦੇਣ ਵਾਲਾ ਹੈ। ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਣਹਾਰਾ। ਹੇ ਸੰਤੋ ਸੰਤ ਜਨੋ, ਹਰੀ ਅਕਾਲ ਪੁਰਖ ਨੂੰ ਧਿਆਉਣਾ ਕਰੋ। ਹੇ ਭਾਈ, ਸੰਤ ਜਨਾਂ ਨਾਲ ਮਿਲ ਕਰਕੇ ਪਰਮੇਸ਼ਰ ਨੂੰ ਧਿਆਉਣਾ ਕਰੋ ਜੀ, ਜਿਹੜਾ ਹਰੀ ਸਾਰੇ ਦੁੱਖ ਦੁੱਖਾਂ ਕਸ਼ਟਾਂ ਦੇ ਤਾਈ ਵਿਸਾਰਣਹਾਰਾ ਵਿਸਰ ਜਨ ਕਰ ਦੇਣ ਵਾਲਾ ਹੈ, ਵਿਦਾ ਕਰ ਦੇਣ ਵਾਲਾ ਹੈ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਹਰੀ ਪਰਮੇਸ਼ਰ ਆਪ ਹੀ ਸਾਰਿਆਂ ਦੀ ਉਤਪਤੀ ਪਾਲਣਾ ਕਰਨ ਵਾਲਾ ਠਾਕੁਰ ਮਾਲਕ ਸੁਆਮੀ ਹੈ ਅਤੇ ਹਰੀ ਆਪ ਹੀ ਸ਼ਰਧਾ ਤੇ ਨਿਮਰਤਾ ਭਾਵਨਾ ਨਾਲ ਦਾਸ ਰੂਪ ਹੈ ਜੀ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਬਾਕੀ ਦੇ ਜੀਵਾਂ ਦੀ ਕੀ ਵਿਚਾਰ ਕਰੀਏ, ਭਾਵ ਤੁਸ਼ ਜੀਵਾਂ ਦੀ ਕੀ ਵਿਚਾਰ ਕਰਨੀ ਹੈ। ਉਹ ਪਰਮੇਸ਼ਰ ਤਾਂ ਬੇਅੰਤ ਹੈ। ਹਰ ਆਪੇ ਠਾਕੁਰ ਸੇਵਕ ਭਗਤ ਹਰ ਆਪੇ ਕਰੇ ਕਰਾਏ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਹੇ ਮਹਾਰਾਜ, ਤੂੰ ਕਹੀਏ ਤੁਸੀਂ ਘਟਾਂ ਸਰੀਰਾਂ ਵਿੱਚ ਸਾਰਿਆਂ ਅੰਦਰ ਨਿਰੰਤਰ ਹੁੰਦਾ ਇੱਕ ਰਸ ਅੰਤਰੇ ਭੇਦ ਤੋਂ ਰਹਿਤ ਹੋ ਜੀ। ਅਤੇ ਹੇ ਹਰ ਜੀ ਹਰੀ ਜੀ, ਇੱਕੋ ਤੁਸੀਂ ਹੀ ਆਕਾਸ਼ ਦੀ ਨਿਆਈ ਸਾਰੇ ਪੁਰਖ ਪੂਰਨ ਹੋ ਤੇ ਸਾਰਿਆਂ ਵਿੱਚ ਸਮਾਣਾ ਸਮਾਏ ਹੋਏ ਵਿਆਪਕ ਹੋ। ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਹੇ ਮਹਾਰਾਜ ਜੀ, ਇਕਨਾਂ ਨੂੰ ਤੁਸੀਂ ਪਿਛਲੇ ਪੁੰਨ ਕਰਮਾਂ ਦੇ ਸਦਕਾ ਦਾਤਾਂ ਦੇਣ ਵਾਲੇ ਬਣਾਇਆ ਹੈ, ਇਕਨਾਂ ਨੂੰ ਪਿਛਲੇ ਪਾਪ ਕਰਮਾਂ ਦੇ ਸਦਕਾ ਭੇਖਾਰੀ ਮੰਗਤੇ ਬਣਾ ਦਿੱਤਾ ਹੈ।
ਇਹ ਸਾਰੇ ਤੁਹਾਡੇ ਹੀ ਵਿਡਾਣਾ ਕੀਏ ਅਸਚਰਜ ਕੌਤਕ ਹਨ। ਹੇ ਵਿਡਾਣਾ ਅਸਚਰਜ ਰੂਪ ਪ੍ਰਭੂ, ਇਕਨਾਂ ਨੂੰ ਤੁਸੀਂ ਨਾਮ ਉਪਦੇਸ਼ ਦੇ ਦਾਤੇ ਤਤ ਬੇਤੇ ਬਣਾਇਆ ਹੈ ਅਤੇ ਇਕਨਾਂ ਨੂੰ ਨਾਮ ਦੇ ਪੇਖਾਰੀ ਜਾਚਕ ਜਿਗਿਆਸੂ ਬਣਾਇਆ ਹੈ। ਇੱਕ ਦਾਤਿਆਂ ਦੀ ਨਿਆਈ ਸਤੋਗੁਣੀ ਬਣਾਏ ਅਤੇ ਇੱਕ ਭਿਖਾਰੀਆਂ ਦੀ ਨਿਆਈ ਤਾਮਸੀ ਬਣਾਈ। ਇਹ ਸਭ ਤੁਹਾਡੇ ਹੀ ਚੋਜ ਕੌਤਕ ਹਨ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨ ਜਾਣਾ। ਹੇ ਮਹਾਰਾਜ, ਤੁਸੀਂ ਆਪ ਹੀ ਦਾਤਾ ਦਾਨੀ ਰੂਪ ਹੋ ਅਤੇ ਦਾਨੀ ਰੂਪ ਹੋ ਕਰਕੇ ਸਾਰਿਆਂ ਨੂੰ ਦਾਤਾਂ ਦੇਣ ਵਾਲੇ ਈਸ਼ਰ ਰੂਪ ਹੋ ਅਤੇ ਆਪ ਹੀ ਭੁਗਤਾ ਭੋਗਣ ਵਾਲੇ ਜੀਵ ਰੂਪ ਹੋ ਜੀ। ਮੈਂ ਤੁਹਾਡੇ ਤੋਂ ਬਗੈਰ ਹੋਰ ਕਿਸੇ ਨੂੰ ਵੀ ਨਹੀਂ ਜਾਣਦਾ। ਤੂੰ ਪਾਰ ਬ੍ਰਹਮ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਹੇ ਪਾਰ ਬ੍ਰਹਮ ਪਰਾ ਸਰੂਪ, ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਪਰਮੇਸ਼ਰ ਜੀ, ਤੁਸੀਂ ਪਿੱਛੇ ਵੀ ਬੇਅੰਤ ਅਨੰਤ ਸੀ, ਹੁਣ ਵੀ ਬੇਅੰਤ ਅਨੰਤ ਹੋ ਅਤੇ ਅਗਾਂਹ ਨੂੰ ਵੀ ਬੇਅੰਤ ਹੀ ਰਹੋਗੇ। ਤੁਹਾਡੇ ਕਿਆ ਕਹੀਏ ਕਿਹੜੇ ਕਿਹੜੇ ਗੁਣਾਂ ਨੂੰ, ਸਿਫਤਾਂ ਨੂੰ ਮੁੱਖ ਦੁਆਰਾ ਆਖ ਕਹਿ ਕੇ ਵਖਾਣਾ ਕਥਨ ਕਰੀਏ। ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹੇ ਮਹਾਰਾਜ ਜੀ, ਜਿਹੜੇ ਤੁਹਾਡੇ ਸਰਗੁਣ ਸਰੂਪ ਨੂੰ ਸੇਵਦੇ ਹਨ ਅਤੇ ਜਿਹੜੇ ਤੁਹਾਡੇ ਨਿਰਗੁਣ ਸਰੂਪ ਨੂੰ ਸੇਵਦੇ ਹਨ ਜੀ, ਜਿਹੜੇ ਹੁਣ ਸੇਵਨ ਕਰਦੇ ਹਨ ਅਤੇ ਜਿਹੜੇ ਅੱਗੇ ਨੂੰ ਸੇਵਨ ਕਰਨਗੇ, ਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਮੈਂ ਜਨ ਦਾਸ ਉਹਨਾਂ ਤੋਂ ਸੈਂਕੜੇ ਵਾਰੀ ਕੁਰਬਾਨ ਜਾਂਦਾ। ਹਰ ਧਿਆਵਹਿ ਤੁਧ ਜੀ, ਸੇ ਜਨ ਜੁਗ ਮਹਿ ਸੁਖ ਵਾਸੀ। ਹੇ ਹਰੀ ਅਕਾਲ ਪੁਰਖ ਜੀ, ਜਿਹੜੇ ਤੁਹਾਡੇ ਸਰਗੁਣ ਸਰੂਪ ਨੂੰ ਧਿਆਉਂਦੇ ਹਨ ਅਤੇ ਹੇ ਹਰ ਪਰਮੇਸ਼ਰ ਜੀ, ਜਿਹੜੇ ਤੁਹਾਡੇ ਨਿਰਗੁਣ ਸਰੂਪ ਨੂੰ ਧਿਆਉਣੇ ਯੋਗ ਹੋ ਕਰਕੇ ਧਿਆਉਂਦੇ ਹਨ, ਉਹ ਜਨ ਪੁਰਸ਼ ਯੁੱਗ ਸਤਯੁਗ ਤ੍ਰੇਤਾ ਦੁਆਪਰ ਕਲਯੁਗ ਇਤਿਆਦਿਕ ਯੁੱਗਾਂ ਵਿੱਚ ਪਿੱਛੇ ਸੁਖੀ ਵਸਦੇ ਹਨ, ਹੁਣ ਵਸਦੇ ਹਨ ਅਤੇ ਅੱਗੇ ਨੂੰ ਵੀ ਸੁਖੀ ਵਸਣਗੇ। ਸੇ ਮੁਕਤ ਭਏ, ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਜਿਨ੍ਹਾਂ ਜੀਵਾਂ ਨੇ ਪਰਮੇਸ਼ਰ ਜੀ ਨੂੰ ਧਿਆਉਣਾ ਕੀਤਾ ਹੈ, ਉਹ ਨਿਰਗੁਣ ਦੇ ਉਪਾਸ਼ਕ ਵੀ ਜੰਮਣ ਮਰਨ ਦੇ ਬੰਧਨਾਂ ਤੋਂ ਮੁਕਤ ਸੁਤੰਤਰ ਹੋ ਗਏ ਹਨ ਅਤੇ ਸਰਗੁਣ ਸਰੂਪ ਦੇ ਉਪਾਸ਼ਕ ਵੀ ਮੁਕਤ ਸੁਤੰਤਰ ਹੋ ਗਏ ਹਨ। ਜਿਨ੍ਹਾਂ ਨੇ ਹਰੀ ਨੂੰ ਧਿਆਉਣਾ ਕੀਤਾ ਹੈ, ਉਹ ਪੁਰਖ ਮੁਕਤੀ ਨੂੰ ਪਾ ਕੇ ਮੁਕਤ ਹੋ ਗਏ ਹਨ। ਉਹਨਾਂ ਦੀ ਜਮਦੂਤਾਂ ਦੀ ਫਾਹੀ ਜਿਹੜੀ ਆ ਉਹ ਟੁੱਟ ਗਈ ਹੈ। ਜਿਨ ਹਰ ਨਿਰਭਉ ਧਿਆਇਆ ਜੀਉ, ਤਿਨ ਕਾ ਭਉ ਸਭ ਗਵਾਸੀ। ਸਤਿਗੁਰੂ ਫਰਮਾਉਂਦੇ, ਜਿਨ ਹਰ ਨਿਰਭਉ ਧਿਆਇਆ ਜੀਉ, ਤਿਨ ਕਾ ਭਉ ਸਭ ਗਵਾਸੀ। ਜਿਨ੍ਹਾਂ ਨੇ ਭੈ ਤੋਂ ਰਹਿਤ ਪਰਮੇਸ਼ਰ ਦੇ ਨਿਰਗੁਣ ਸਰੂਪ ਨੂੰ ਧਿਆਇਆ ਹੈ ਅਤੇ ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਭੈ ਰਹਿਤ ਸਰੂਪ ਨੂੰ ਧਿਆਉਣਾ ਕੀਤਾ ਹੈ, ਜਿਨ੍ਹਾਂ ਨੇ ਭੈ ਤੋਂ ਰਹਿਤ ਹੋਣ ਵਾਸਤੇ ਭੈ ਰਹਿਤ ਹਰੀ ਵਾਹਿਗੁਰੂ ਨੂੰ ਧਿਆਉਣੇ ਯੋਗ ਹੋ ਕਰਕੇ ਧਿਆਉਣਾ ਕੀਤਾ ਹੈ ਜੀ, ਉਹਨਾਂ ਭਗਤ ਜਨਾਂ ਦਾ ਜੰਮਣ ਮਰਨ ਜਮਾ ਆਦਿਕਾਂ ਦਾ ਸਾਰਾ ਹੀ ਡਰ ਪਰਮੇਸ਼ਰ ਨੇ ਗਵਾ ਦਿੱਤਾ ਹੈ। ਜਿਨ ਸੇਵਿਆ ਮੇਰਾ ਹਰ ਜੀਉ, ਤੇ ਹਰ ਰੂਪ ਸਮਾਸੀ। ਜਿਨ੍ਹਾਂ ਨੇ ਪਰਮੇਸ਼ਰ ਦੇ ਨਿਰਗੁਣ ਸਰੂਪ ਨੂੰ ਸੇਵਨਾ ਕੀਤਾ ਹੈ, ਜਿਨ੍ਹਾਂ ਨੇ ਸਾਡੇ ਹਰ ਪਰਮੇਸ਼ਰ ਦੇ ਸਰਗੁਣ ਸਰੂਪ ਨੂੰ ਸੇਵਨਾ ਕੀਤਾ ਹੈ ਜੀਓ, ਜੀ ਕਹੀਏ ਜਿਨ੍ਹਾਂ ਨੇ ਮੇਰੇ ਹਰੀ ਪ੍ਰਭੂ ਨੂੰ ਭੂਤਕਾਲ ਵਿੱਚ ਸੇਵਿਆ ਸੀ, ਵਰਤਮਾਨ ਕਾਲ ਵਿੱਚ ਹਰੀ ਨੂੰ ਸੇਵਿਆ ਹੈ ਅਤੇ ਭਵਿੱਖਤ ਕਾਲ ਵਿੱਚ ਹਰੀ ਪ੍ਰਭੂ ਨੂੰ ਸੇਵਨਗੇ, ਉਹ ਹਰੇਕ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਸਰੂਪ ਵਿੱਚ ਸਮਾਸੀ ਕਹੀਏ ਸਮਾਉਂਦੇ ਹਨ। ਪਿਛਲੇ ਭਗਤ ਜਨ ਸਮਾ ਗਏ ਸੀ, ਹੁਣ ਦੇ ਸਮਾ ਰਹੇ ਹਨ, ਅੱਗੇ ਨੂੰ ਸਮਾ ਜਾਣਗੇ। ਸੇ ਧੰਨ ਜਿਨ ਹਰ ਧਿਆਇਆ ਜੀਉ, ਜਨ ਨਾਨਕ ਤਿਨ ਬਲ ਜਾਸੀ। ਹੇ ਪਿਆਰੇ ਜੀ, ਨਿਸ਼ਚੇ ਕਰਕੇ ਉਹ ਪੁਰਖ ਧਨਤਾ ਸਲਾਉਣੇ ਯੋਗ ਹਨ, ਉਹ ਪੁਰਖ ਧਨ ਵਡਿਆਉਣੇ ਯੋਗ ਹਨ
ਤਿੰਨਾਂ ਕਾਲਾਂ ਵਿੱਚ ਉਹ ਪੁਰਸ਼ ਧਨਤਾ ਦੇ ਯੋਗ ਹਨ, ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ। ਜਨ ਨਾਨਕ ਤਿੰਨ ਬਲ ਜਾਸੀ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਮੈਂ ਜਨ ਉਹਨਾਂ ਭਲੇ ਪੁਰਸ਼ਾਂ ਤੋਂ ਬਲਹਾਰ ਕੁਰਬਾਨ ਜਾਂਦਾ ਹਾਂ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤਾ। ਹੇ ਮਹਾਰਾਜ ਜੀ, ਤੁਹਾਡੀ ਸਰਗੁਣ ਸਰੂਪ ਦੀ ਭਗਤੀ ਦੇ ਭੰਡਾਰੇ ਅਤੇ ਤੁਹਾਡੀ ਨਿਰਗੁਣ ਸਰੂਪ ਦੀ ਭਗਤੀ ਦੇ ਭੰਡਾਰ ਭਰੇ ਪਏ ਹਨ ਖਜ਼ਾਨੇ। ਭਗਤ ਜਨਾਂ ਦੇ ਹਿਰਦੇ ਬੇਅੰਤ ਅੰਤ ਤੋਂ ਰਹਿਤ ਅਨੰਤ ਭਰੇ ਹੋਏ ਆ। ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਕ ਅਨੇਕ ਅਨੰਤਾ। ਹੇ ਪਰਮੇਸ਼ਰ ਜੀ, ਤੁਹਾਡੇ ਨਿਰਗੁਣ ਸਰੂਪ ਦੇ ਉਪਾਸ਼ਕ ਤੁਹਾਨੂੰ ਸਲਾਉਂਦੇ ਹਨ, ਤੁਹਾਡੇ ਸਰਗੁਣ ਸਰੂਪ ਦੇ ਸੇਵਕ ਉਪਾਸ਼ਕ ਤੁਹਾਨੂੰ ਸਲਾਉਂਦੇ ਆ। ਹੇ ਅਨੰਤਾ ਬੇਅੰਤ ਗੁਣਾ ਵਾਲੇ ਹਰੀ ਪ੍ਰਭੂ ਵਾਹਿਗੁਰੂ, ਅਨੇਕਾਂ ਹੀ ਤੇਰੀ ਨਿਰਗੁਣ ਸਰੂਪ ਦੀ ਪ੍ਰਾਪਤੀ ਵਾਸਤੇ ਅਨੇਕ ਬੇਅੰਤ ਹੀ ਸਰਗੁਣ ਸਰੂਪ ਦੀ ਪ੍ਰਾਪਤੀ ਵਾਸਤੇ ਧਿਆਉਂਦੇ ਹਨ। ਪਿਛੇ ਭੂਤਕਾਲ ਵਿੱਚ ਵੀ ਅਨੇਕਾਂ ਹੀ ਭਗਤ ਧਿਆਉਂਦੇ ਸਨ, ਹੁਣ ਵਰਤਮਾਨ ਵਿੱਚ ਵੀ ਅਨੇਕਾਂ ਬੇਅੰਤ ਹੀ ਭਗਤ ਧਿਆਰੇ, ਅੱਗੇ ਭਵਿੱਖ ਸਮੇਂ ਵਿੱਚ ਵੀ ਅਨੰਤਾ ਕਹੀਏ ਬੇਅੰਤ ਹੀ ਧਿਆਉਣਗੇ। ਇਹ ਸਲਾਹੁਣੇ ਯੋਗ ਪਰਮੇਸ਼ਰ ਤੂੰ ਬੇਅੰਤ ਹੈ, ਤੇਰੇ ਗੁਣ ਵੀ ਅਨੇਕਾਂ ਹਨ ਅਤੇ ਗੁਣਾਂ ਦੇ ਕਹਿਣ ਵਾਲੇ ਵੀ ਅਨੰਤ ਹਨ। ਤੇਰੀ ਅਨਕ ਕਰਹਿ ਹਰ ਪੂਜਾ ਜੀ, ਤਾਪਹਿ ਜਪਹਿ ਬੇਅੰਤਾ। ਹੇ ਹਰੀ ਪਰਮੇਸ਼ਰ ਜੀ, ਤੁਹਾਡੀ ਨਿਰਗੁਣ ਸਰੂਪ ਦੀ ਪ੍ਰਾਪਤੀ ਵਾਸਤੇ ਅਨੇਕਾਂ ਹੀ ਅਤੇ ਤੁਹਾਡੀ ਸਰਗੁਣ ਸਰੂਪ ਦੀ ਪ੍ਰਾਪਤੀ ਵਾਸਤੇ ਅਨੇਕਾਂ ਹੀ ਪੁਰਸ਼ ਪੂਜਾ ਪੂਜਣ ਆਦਿ ਕਰਦੇ ਹਨ। ਹੇ ਬੇਅੰਤਾ ਅੰਤ ਤੋਂ ਰਹਿਤ ਪ੍ਰਭੂ, ਕਈ ਤਪੱਸਿਆ ਕਰਦੇ ਹੋਏ ਧੂਣੀਆਂ ਨੂੰ ਤਪਾਉਂਦੇ ਹਨ ਅਤੇ ਕਈ ਦੇਵਤਿਆਂ ਦੇ ਦਿੱਤੇ ਹੋਏ ਮੰਤਰਾਂ ਨੂੰ ਜਪਦੇ ਆ। ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਹੇ ਪਰਮੇਸ਼ਰ ਜੀ, ਤੁਹਾਡੇ ਮਿਲਣ ਤਾਈਂ ਅਨੇਕਾਂ ਹੀ ਲੋਕ ਅਨੇਕਾਂ ਸਿਮਰਤੀਆਂ ਪੜ੍ਹਦੇ ਹਨ ਅਤੇ ਤੁਹਾਡੇ ਮਿਲਣ ਤਾਈਂ ਅਨੇਕਾਂ ਕਹੀਏ ਬੇਅੰਤ ਲੋਕ ਸ਼ਾਸਤਰਾਂ ਨੂੰ ਪੜ੍ਹਦੇ ਹਨ। ਕਈ ਕਿਰਿਆ ਨਿਉਲੀ ਧੋਤੀ ਆਦਿਕ ਕਰਦੇ ਹਨ। ਕਰ ਕਿਰਿਆ ਖਟ ਕਰਮ ਕਰੰਤਾ ਅਤੇ ਖਟ ਕਹੀਏ 6 ਕਰਮਾਂ ਨੂੰ 6 ਪ੍ਰਕਾਰ ਦੇ ਕਰਮਾਂ ਨੂੰ ਕਰੰਤਾ ਕਹੀਏ ਕਰਦੇ ਹਨ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰ ਭਗਵੰਤਾ। ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਉਹ ਨਿਰਗੁਣ ਸਰੂਪ ਦੇ ਭਗਤ ਉਪਾਸ਼ਕ ਅਤੇ ਉਹ ਸਰਗੁਣ ਸਰੂਪ ਦੇ ਭਗਤ ਉਪਾਸ਼ਕ ਜਨ ਭਲੇ ਚੰਗੇ ਹਨ, ਜਿਹੜੇ ਸਾਡੇ ਹਰੀ ਭਗਵੰਤਾ ਪਰਮੇਸ਼ਰ ਨੂੰ ਭਾਉਂਦੇ ਹਨ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨ ਕੋਈ। ਹੇ ਪਰਮੇਸ਼ਰ, ਤੁਸੀਂ ਸਾਰੇ ਜਗਤ ਦਾ ਆਦਿ ਮੁੱਢ ਰੂਪ ਹੋ, ਸਾਰੇ ਥਾਵਾਂ 'ਤੇ ਪੁਰਖ ਪੂਰਨ ਹੋ, ਅਪਰੰਪਰ ਪ੍ਰਕਿਰਤੀ ਦੇ ਵੀ ਪਰਾ ਰੂਪ ਹੋ ਅਤੇ ਸਭ ਨੂੰ ਰਚਣ ਵਾਲੇ ਹੋ ਜੀ। ਤੁਹਾਡੇ ਜੇਵੜ ਕੀਏ ਜਿੱਡਾ ਵੱਡਾ ਹੋਰ ਕੋਈ ਵੀ ਨਹੀਂ ਆ। ਤੂੰ ਜੁਗ ਜੁਗ ਏਕੋ ਸਦਾ ਸਦਾ, ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਹੇ ਪਰਮੇਸ਼ਰ ਜੀ, ਤੁਸੀਂ ਜੁਗ ਜੁਗ ਕਹੀਏ ਸਤਿਯੁਗ ਤ੍ਰੇਤਾ ਦੁਆਪਰ ਕਲਯੁਗ ਵਿੱਚ ਇੱਕੋ ਅਦਵੈਤ ਰੂਪ ਹੋ ਅਤੇ ਹਮੇਸ਼ਾ ਹਮੇਸ਼ਾ ਜਦੋਂ ਯੁੱਗਾਂ ਦੀ ਮਰਿਆਦਾ ਕਾਇਮ ਨਹੀਂ ਕੀਤੀ ਸੀ ਉਦੋਂ ਵੀ ਤੁਸੀਂ ਇੱਕੋ ਹੀ ਸੀ ਅਤੇ ਜਦੋਂ ਯੁੱਗਾਂ ਦੀ ਪਰਲੋ ਕਰੋਗੇ ਉਦੋਂ ਵੀ ਤੁਸੀਂ ਇੱਕੋ ਹੀ ਹੋ ਰਹੋਗੇ। ਤੁਸੀਂ ਉਹ ਹੀ ਸਦਾ ਨਿਹਚਲ ਅਚਲ ਰੂਪ ਅਤੇ ਕਰਤਾ ਰੂਪ ਹੋ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋ ਹੋਈ। ਪਾਤਸ਼ਾਹ ਫਰਮਾਉਂਦੇ ਹਨ, ਹੇ ਪਰਮੇਸ਼ਰ ਜੀ, ਜੋ ਕੁਝ ਤੁਹਾਨੂੰ ਆਪੇ ਪਿੱਛੇ ਪਾਉਂਦਾ ਸੀ ਹੁਣ ਭਾ ਰਿਹਾ ਹੈ, ਅੱਗੇ ਨੂੰ ਭਾਵੇਗਾ, ਉਹ ਹੀ ਵਰਤਾਰਾ ਵਰਤੇਗਾ। ਪਿੱਛੇ ਵਰਤਦਾ ਸੀ ਹੁਣ ਵਰਤ ਰਿਹਾ ਹੈ ਅਤੇ ਗਾਂਹ ਨੂੰ ਵੀ ਵਰਤੇਗਾ। ਤੁਸੀਂ ਆਪ ਹੀ ਜੋ ਕੁਝ ਕਰਦੇ ਹੋ ਸੋ ਕਹੀਏ ਉਹ ਕੁਝ ਹੀ ਹੁੰਦਾ ਹੈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਹੇ ਪਰਮੇਸ਼ਰ ਜੀ, ਤੁਸੀਂ ਆਪ ਹੀ ਸਾਰੀ ਸ੍ਰਿਸ਼ਟੀ ਉਪਾਈ ਪੈਦਾ ਕੀਤੀ ਹੈ ਅਤੇ ਤੁਸੀਂ ਆਪੇ ਹੀ ਸ੍ਰਿਸ਼ਟੀ ਨੂੰ ਰਚ ਕਰਕੇ ਪਾਲਣਾ ਕਰਦੇ ਹੋ।
ਫਿਰ ਆਪ ਹੀ ਸਾਰੀ ਸਿਰਜੀ ਹੋਈ ਸ੍ਰਿਸ਼ਟੀ ਦੀ ਪਾਲਣਾ ਕਰਕੇ ਗੋਈ ਕਹੀਏ ਬੁਲਾਈ ਮਿਲਾਈ ਹੋਈ ਹੈ ਛਪਾਈ ਆ। ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾੜ ਹੋਈ। ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਅਸੀਂ ਜਨ ਤਾਂ ਉਸ ਕਰਤੇ ਰਚਨਹਾਰ ਪਰਮੇਸ਼ਰ ਦੇ ਹੀ ਗੁਣਾਂ ਨੂੰ ਗਾਉਂਦੇ ਹਾਂ, ਜਿਹੜਾ ਸਾਰਿਆਂ ਦਾ ਭੇਦ ਜਾਣ ਹੋਈ ਜਾਣਨ ਵਾਲਾ ਹੈ, ਜੋ ਸਾਰਿਆਂ ਨੂੰ ਜਾਣ ਹੋਈ ਪੈਦਾ ਕਰਨ ਵਾਲਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਆਸਾ ਮਹੱਲਾ ਪਹਿਲਾ, ਚੌਪਦੇ ਘਰ ਦੂਜਾ। ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਵੇਈਂ ਨਦੀ ਦੁਆਰਾ ਸੱਚਖੰਡ ਤੋਂ ਮੂਲ ਮੰਤਰ ਲੈ ਕੇ 3 ਦਿਨਾਂ ਬਾਅਦ ਬਾਹਰ ਆਏ, ਉਦੋਂ ਭਾਈ ਭਗੀਰਥ ਨਾਮੀ ਸਿੱਖ ਜੋ 3 ਦਿਨਾਂ ਤੋਂ ਗੁਰੂ ਸਾਹਿਬ ਜੀ ਦੇ ਬਸਤਰ ਲੈ ਕੇ ਉੱਥੇ ਖੜਾ ਸੀ, ਉਸ ਨੂੰ ਗੁਰੂ ਜੀ ਨੇ ਕਿਹਾ ਕਿ ਜਾਓ ਸਾਡੇ ਭੈਣ ਜੀ ਨੂੰ ਕਹੋ ਕਿ ਕੜਾਹ ਪ੍ਰਸ਼ਾਦ ਤਿਆਰ ਕਰਕੇ ਲਿਆਓ। ਬੇਬੇ ਨਾਨਕੀ ਜੀ ਨੇ ਕੜਾਹ ਪ੍ਰਸ਼ਾਦ ਤਿਆਰ ਕਰਕੇ ਲਿਆਂਦਾ। ਉਸ ਵੇਲੇ ਮਹਾਰਾਜ ਜੀ ਨੇ ਸਭ ਸੰਗਤ ਨੂੰ ਮੂਲ ਮੰਤਰ ਇੱਕ ਓੰਕਾਰ ਤੋਂ ਲੈ ਕਰਕੇ ਨਾਨਕ ਹੋਸੀ ਭੀ ਸੱਚ ਤੱਕ ਦੇ ਦ੍ਰਿੜ ਕਰਵਾਇਆ। ਬੇਬੇ ਨਾਨਕੀ ਜੀ ਨੇ ਗੁਰੂ ਜੀ ਨੂੰ ਪ੍ਰਸ਼ਨ ਕੀਤਾ ਕਿ ਮਹਾਰਾਜ ਜੀ, ਜਿਸ ਸੱਚਖੰਡ ਵਿੱਚ ਤੁਸੀਂ ਜਾ ਕੇ ਆਏ ਹੋ, ਉੱਥੇ ਅਕਾਲ ਪੁਰਖ ਦਾ ਕਿੱਡਾ ਕੁ ਵੱਡਾ ਨਜ਼ਾਰਾ ਵੇਖਿਆ। ਤਾਂ ਸੁਣ ਕੇ ਗੁਰੂ ਜੀ ਬੇਬੇ ਨਾਨਕੀ ਜੀ ਦੇ ਪਰਥਾਏ ਪਹਿਲਾ ਰਹਿਰਾਸ ਸਾਹਿਬ ਵਿੱਚ ਅਤੇ ਦੂਸਰਾ ਇਹ ਸ਼ਬਦ ਉਚਾਰਨ ਕੀਤਾ ਹੈ। ਸ਼ਬਦ ਦੇ ਆਦਿ ਵਿੱਚ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮੰਗਲ ਕਰਦੇ ਹਨ। ਇੱਕ ਜੋ ਅਦਵੈਤ ਰੂਪ ਪਰਮੇਸ਼ਰ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਜੋ ਸਤਿਗੁਰ ਕਹੀਏ ਗੁਰੂ ਸਾਹਿਬ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਜਿਸ ਦੀ ਪ੍ਰਾਪਤੀ ਹੁੰਦੀ ਹੈ। ਆਸਾ ਰਾਗ ਵਿੱਚ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਜੀ ਚੌਪ ਦੇ 4-4 ਪਦਿਆਂ ਵਾਲੇ ਸ਼ਬਦ ਘਰ ਦੂਜੇ ਦੂਜੇ ਸੁਰਤਾਲ ਵਿੱਚ ਉਚਾਰਨ ਕਰਦੇ ਹਨ। ਸੁਣ ਵੱਡਾ ਆਖੈ ਸਭ ਕੋਈ, ਕੇ ਵੱਡ ਵੱਡਾ ਡੀਠਾ ਹੋਈ। ਹੇ ਭੈਣ ਜੀ, ਪਰਮੇਸ਼ਰ ਨੂੰ ਸ਼ਾਸਤਰਾਂ ਇੱਕ ਦੂਜੇ ਤੋਂ ਸ਼ਰਵਣ ਕਰਕੇ ਤਾਂ ਸਾਰੇ ਕੋਈ ਹੀ ਵੱਡਾ ਵੱਡਾ ਕਹੀ ਜਾਂਦੇ ਹਨ, ਪਰੰਤੂ ਉਹ ਪਰਮੇਸ਼ਰ ਕਿੱਡਾ ਕੁ ਵੱਡਾ, ਇਸ ਗੱਲ ਨੂੰ ਉਹ ਜਾਣ ਸਕਦਾ ਜਿਸ ਨੇ ਵੇਖਿਆ ਹੋਇਆ ਹੈ। ਪ੍ਰਸ਼ਨ ਕੀਤਾ ਬੇਬੇ ਜੀ ਨੇ, ਹੇ ਮਹਾਰਾਜ ਜੀ, ਆਪ ਜੀ ਤਾਂ ਦਰਸ਼ਨ ਕਰਕੇ ਆਏ ਹੋ, ਤਾਂ ਦੱਸੋ ਫਿਰ ਕਿਹੋ ਜਿਹਾ ਹੈ ਪਰਮੇਸ਼ਰ। ਪਾਤਸ਼ਾਹ ਫਰਮਾਉਂਦੇ ਹਨ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਹੇ ਭੈਣ ਜੀ, ਉਸ ਪਰਮੇਸ਼ਰ ਦਾ ਕਿਸੇ ਪਾਸੋਂ ਵੀ ਮੁੱਲ ਨਹੀਂ ਪਾਇਆ ਜਾਂਦਾ। ਜੇਕਰ ਕੋਈ ਪਾ ਲਵੇ ਤਾਂ ਉਸ ਕੋਲ ਉਸ ਸਰੂਪ ਦਾ ਕਥਨ ਨਹੀਂ ਕੀਤਾ ਜਾਂਦਾ, ਕਿਉਂਕਿ ਭੈਣ ਜੀ ਨਿਸ਼ਚਾ ਕਰਕੇ ਇਹੋ ਕਿਹਾ ਜਾ ਸਕਦਾ ਹੈ ਕਿ ਹੇ ਮਹਾਰਾਜ, ਤੁਹਾਡੇ ਜਸ ਦੇ ਤਾਈਂ ਆਖਣ ਵਾਲੇ ਸਾਰੇ ਤੁਹਾਡੇ ਵਿੱਚ ਹੀ ਸਮਾਏ ਅਭੇਦ ਹੋ ਰਹਿੰਦੇ ਹਨ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਹੇ ਮੇਰੇ ਸਾਡੇ ਵੱਡੇ ਤ੍ਰੈ ਕਾਲ ਆਬਾਦ ਰੂਪ ਮਾਇਆ ਬਿਰਤੀ ਦੁਆਰਾ ਮਾਲਕਾ ਸਾਹਿਬਾ, ਤੂੰ ਗਹਿਰ ਨਿਰਹਲ ਗੰਭੀਰਾ ਡੂੰਘਾ ਅਤੇ ਗੁਣੀ ਗੁਣਾਂ ਦਾ ਗਹੀਰਾ ਖਜ਼ਾਨਾ ਹੈ, ਗੁਣਾਂ ਦਾ ਗਹੀਰਾ ਸਮੁੰਦਰ ਹੈ। ਕੋਈ ਨਾ ਜਾਣੈ ਤੇਰਾ ਕੇਤਾ ਕੇਵਡ ਚੀਰਾ ਰਹਾਉ। ਕੋਈ ਵੀ ਨਹੀਂ ਜਾਣ ਸਕਦਾ ਕਿ ਤੁਹਾਡਾ ਮਾਇਆ ਰੂਪੀ ਚੀਰਾ ਦਾ ਬਸਤਰ ਵਿਸਤਾਰ ਕਿਤਨਾ ਕੁ ਵੱਡਾ ਵਾ। ਚੀਰਾ ਹੱਦ ਦਫ਼ਤਰ ਪਰਵਾਨਾ ਕਿੱਡਾ ਕੁ ਵੱਡਾ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਸਭ ਸੁਰਤੀ ਮੇਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਸਭ ਕਹੀਏ ਸਾਰੇ ਸੁਰਤੀ ਬਿਰਤੀ ਟਿਕਾਉਣ ਵਾਲਿਆਂ ਨੇ ਮਿਲ ਕਰਕੇ ਸੁਰਤੀ ਟਿਕਾਉਣ ਦੀ ਮਿਹਨਤ ਕੀਤੀ ਹੈ। ਸਾਰੇ ਕੀਮਤ ਮੁੱਲ ਪਾਉਣ ਵਾਲਿਆਂ ਨੇ ਮਿਲ ਕਰਕੇ ਕੀਮਤ ਕਦਰ ਪਾਉਣੀ ਚਾਹੀ ਹੈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸ਼ਾਸਤਰਾਂ ਨੂੰ ਜਾਣਨ ਵਾਲੇ ਗਿਆਨੀ, ਧਿਆਨੀ ਬਿਰਤੀ ਟਿਕਾਉਣ ਵਾਲੇ ਅਤੇ ਗੁਰ ਦੇਵਤਿਆਂ ਨੂੰ ਹਾਈ ਨਾਸ਼ ਕਰਨ ਵਾਲੇ ਦੈਂਤ, ਜੋ ਗੁਰ ਪੂਜਨੀਕ ਆਪਣੇ ਆਪ ਨੂੰ ਗੁਰੂ ਉਪਦੇਸ਼ਤਾ ਅਤੇ ਗੁਰਹਾਈ ਗੁਰ ਭਾਈ ਕਹਿਣ ਵਾਲੇ ਹਨ। ਇਹਨਾਂ ਉਪਰੋਕਤ ਸਾਰਿਆਂ ਕੋਲੋਂ, ਹੇ ਪਰਮੇਸ਼ਰ ਜੀ, ਤੁਹਾਡੀ ਥੋੜ੍ਹੇ ਮਾਤਰ ਵੀ
ਵਡਿਆਈ ਮਹਿਮਾ ਕਹੀ ਨਹੀਂ ਜਾ ਸਕਦੀ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾ ਪੁਰਖਾ ਕੀਆ ਵਡਿਆਈਆਂ। ਸਾਰੇ ਹੀ ਸਤ ਪ੍ਰਤੱਗੀ, ਸਾਰੇ ਹੀ ਰਾਜਸੀ, ਸਾਂਤਕੀ, ਤਾਮਸੀ, ਤਪ ਤਪੱਸਿਆ ਕਰਨ ਵਾਲੇ ਤਪਸਵੀ, ਅਤੇ ਸਾਰੇ ਹੀ ਚੰਗਿਆਈਆਂ ਭਲਾਈ ਕਰਨ ਵਾਲੇ, ਚੰਗੇ ਕਰਮਾਂ ਵਾਲੇ ਜਿਹੜੇ ਵੀ ਹਨ। ਸਿੱਧਾ ਸਿੱਧ ਪੁਰਸ਼ਾਂ ਨੂੰ ਉਹਨਾਂ ਦੀਆਂ ਰਿੱਧੀਆਂ ਸਿੱਧੀਆਂ ਦੀਆਂ ਵਡਿਆਈਆਂ ਮਹਿਮਾ ਪ੍ਰਾਪਤ ਹੈ। ਮਨੁੱਖਾਂ ਨੂੰ ਸੰਸਾਰ ਵਿੱਚ ਜੋ ਵਡਿਆਈਆਂ ਪ੍ਰਾਪਤ ਹਨ, ਤੁਧ ਵਿਣ ਸਿੱਧੀ ਕਿਨੈ ਨ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਪਰੰਤੂ ਹੇ ਪਰਮੇਸ਼ਰ, ਤੁਹਾਡੇ ਤੋਂ ਬਗੈਰ ਕਿਸੇ ਨੇ ਵੀ ਸਿੱਧੀ ਮੁਕਤੀ ਨੂੰ ਨਹੀਂ ਪਾਇਆ। ਫਿਰ ਪ੍ਰਸ਼ਨ ਕੀਤਾ, ਹੇ ਮਹਾਰਾਜ ਜੀ, ਫਿਰ ਇਹ ਦਾਤਾਂ ਕਿਹਨਾਂ ਨੂੰ ਮਿਲਦੀਆਂ? ਦੱਸਦੇ ਹਨ ਗੁਰੂ ਮਹਾਰਾਜ ਆਪਣੇ ਭੈਣ ਜੀ ਨੂੰ, ਹੇ ਭੈਣ ਜੀ, ਜਿਨ੍ਹਾਂ ਦੇ ਪੂਰਬਲੇ ਸ੍ਰੇਸ਼ਟ ਕਰਮ ਹੁੰਦੇ ਆ, ਜਿਨ੍ਹਾਂ ਉੱਪਰ ਸਤਿਗੁਰਾਂ ਜੀ ਦੀ ਬਖਸ਼ਿਸ਼ ਹੁੰਦੀ ਹੈ, ਉਹਨਾਂ ਨੂੰ ਇਹ ਦਾਤਾਂ ਮਿਲਦੀਆਂ ਅਤੇ ਕਿਸੇ ਦੀਆਂ ਠਾਕ ਰੋਕੀਆਂ ਹੋਈਆਂ ਨਹੀਂ ਰਹਿੰਦੀਆਂ। ਇਹ ਭਾਵ ਜੇ ਕੋਈ ਆਖੇ ਮੈਂ ਰੋਕ ਕੇ ਰੱਖ ਲੂੰ, ਇਹ ਰੋਕੀਆਂ ਨਹੀਂ ਰਹਿੰਦੀਆਂ। ਜਿਨ੍ਹਾਂ ਉੱਪਰ ਸਤਿਗੁਰਾਂ ਦੀ ਕਿਰਪਾ ਨਹੀਂ, ਪੂਰਬਲੇ ਨਿਸ਼ਕਾਮ ਕਰਮ ਨਹੀਂ, ਉਹਨਾਂ ਨੂੰ ਨਹੀਂ ਮਿਲਦੀਆਂ। ਠਾਕ ਹੁੰਦਾ ਰੋਕੀਆਂ ਰਹਾਈਆਂ ਰਹਿੰਦੀਆਂ ਹਨ। ਆਖਣ ਵਾਲਾ ਕਿਆ ਬੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਉਸ ਪਰਮਾਤਮਾ ਦੇ ਜਸ ਨੂੰ ਆਖਣ ਕਹੀਏ ਕਹਿਣ ਵਾਲਾ, ਵਿਚਾਰਾ ਤੁਛ ਜੀਵ ਕੀ ਹੈ, ਭਾਵ ਕੁਝ ਕਥਨ ਨਹੀਂ ਕਰ ਸਕਦਾ। ਇਸ ਲਈ ਉਸ ਅੱਗੇ ਬੇਨਤੀ ਹੀ ਕਰੀਏ ਕਿ ਹੇ ਪਰਮੇਸ਼ਰ ਜੀ, ਤੁਹਾਡੇ ਭਗਤਾਂ ਦੇ ਤੇਰੀ ਭਗਤੀ ਕਰਕੇ ਸਿਫਤਾਂ ਦੇ ਭੰਡਾਰੇ ਖਜ਼ਾਨੇ ਭਗਤਾਂ ਦੇ ਹਿਰਦੇ ਸਿਫਤਾਂ ਦੇ ਨਾਲ ਭਰੇ ਹੋਏ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਹੇ ਪਰਮੇਸ਼ਰ ਜੀ, ਜਿਸ ਨੂੰ ਤੁਸੀਂ ਕਿਰਪਾ ਕਰਕੇ ਭਗਤੀ ਕਰਨ ਦੀ ਦਾਤ ਦੇ ਦਿੰਦੇ ਹੋ, ਉਸ ਨਾਲ ਕਿਸੇ ਦਾ ਕੀ ਚਾਰਾ ਜ਼ੋਰ ਚੱਲ ਸਕਦਾ। ਨਾਨਕ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਉਹ ਸੱਚ ਸੱਚਾ ਪਰਮੇਸ਼ਰ ਆਪ ਹੀ ਸੱਚੇ ਨਾਮ ਦਾ ਉਪਦੇਸ਼ ਦੇ ਕੇ ਸਾਰਿਆਂ ਦੇ ਤਾਈਂ ਸਵਾਰਨ ਵਾਲਾ ਹੈ। ਆਸਾ ਮਹੱਲਾ ਪਹਿਲਾ। ਜਿਸ ਵੇਲੇ ਸਤਿਗੁਰੂ ਸਾਹਿਬ ਜੀ ਦੇਸ਼ ਦੇਸ਼ਾਂਤਰਾਂ ਦਾ ਰਟਨ ਕਰਦੇ ਹੋਏ ਵਾਪਸ ਆਪਣੇ ਪਿੰਡ ਤਲਵੰਡੀ ਵਿਖੇ ਪਹੁੰਚੇ, ਤਾਂ ਘਰ ਵਿੱਚ ਹਰ ਵੇਲੇ ਪ੍ਰਮਾਤਮਾ ਦੇ ਨਾਮ ਸਿਮਰਨ ਵਿੱਚ ਹੀ ਮਗਨ ਰਹਿੰਦੇ ਹਨ। ਮਾਤਾ ਤ੍ਰਿਪਤਾ ਜੀ ਵੇਖ ਕੇ ਕਹਿੰਦੇ ਕਿ ਇਹ ਪੁੱਤਰ ਭਜਨ ਕਰਦੇ ਤਾਂ ਬਹੁਤ ਦੇਖੇ ਹਨ, ਪਰੰਤੂ ਤੁਹਾਡੇ ਵਾਂਗੂ ਹਰ ਵੇਲੇ ਨਾਮ ਸਿਮਰਨ ਵਿੱਚ ਲੱਗੇ ਹੋਏ ਨਾ ਕਦੀ ਕੋਈ ਵੇਖੇ ਹਨ ਨਾ ਸੁਣੇ ਹਨ। ਇਹ ਸੁਣ ਕਰਕੇ ਮਾਤਾ ਜੀ ਦੇ ਪਰਥਾਏ ਸ਼ਬਦ ਉਚਾਰਨ ਕਰਦੇ ਹਨ। ਆਖਾ ਜੀਵਾ ਵਿਸਰੈ ਮਰ ਜਾਓ, ਆਖਣੇ ਔਖਾ ਸਾਚਾ ਨਾਉ। ਹੇ ਮਾਤਾ ਜੀ, ਜੇਕਰ ਅਸੀਂ ਪਰਮੇਸ਼ਰ ਦੇ ਨਾਮ ਨੂੰ ਆਖਾ ਕਹੀਏ ਕਹਿੰਦੇ ਹਾਂ ਤਾਂ ਸਾਡਾ ਜਿਉਣਾ ਹੁੰਦਾ। ਜੇਕਰ ਉਹ ਸਾਥੋਂ ਭੁੱਲ ਜਾਵੇ ਤਾਂ ਸਾਡਾ ਆਤਮਿਕ ਜੀਵਨ ਵੱਲੋਂ ਮਰ ਜਾਣਾ ਹੁੰਦਾ। ਸੋ ਜਿਨ੍ਹਾਂ ਨੇ ਉਸ ਪਰਮੇਸ਼ਰ ਦੇ ਜਸ ਨੂੰ ਆਖਿਆ ਉਹ ਹੀ ਜਿਉਂਦੇ ਹਨ। ਜਿਨ੍ਹਾਂ ਨੂੰ ਵਿਸਰ ਜਾਂਦਾ ਹੈ ਉਹ ਮਰ ਕਰਕੇ ਜੂਨਾਂ ਵਿੱਚ ਜਾਂਦੇ ਰਹਿੰਦੇ ਹਨ। ਫਿਰ ਮਾਤਾ ਜੀ ਪ੍ਰਸ਼ਨ ਕਰਦੇ, ਹੈ ਪੁੱਤਰ ਜੀ, ਹੋਰ ਵੀ ਤਾਂ ਮਹਾਤਮਾ ਸਮੇਂ ਨਾਲ ਜਪਦੇ ਹਨ, ਪਰ ਸਾਰੇ ਤੁਹਾਡੇ ਵਾਂਗੂ ਹਰ ਵੇਲੇ ਕਿਉਂ ਨਹੀਂ ਜਪਦੇ? ਤਾਂ ਗੁਰੂ ਪਾਤਸ਼ਾਹ ਫਰਮਾਉਂਦੇ ਤਾਂ ਕਹਿੰਦੇ, ਹੈ ਮਾਤਾ ਜੀ, ਉਸ ਪਰਮੇਸ਼ਰ ਦੇ ਸੱਚੇ ਨਾਮ ਨੂੰ ਆਖਣ ਕਹਿਣਾ ਬਹੁਤ ਔਖਾ ਕਠਿਨ ਹੈ। ਜਿਵੇਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮੇਂ ਲਾਹੌਰ ਵਿੱਚ ਛੱਜੂ ਨਾਮ ਦਾ ਇੱਕ ਭਗਤ ਵਸਦਾ ਸੀ। ਇਹ ਭਾਟੀਆ ਖਾਨਦਾਨ ਨਾਲ ਸੰਬੰਧ ਰੱਖਦਾ ਸੀ ਅਤੇ ਸਰਾਫ ਦੀ ਕਿਰਤ ਕਰਦਾ ਸੀ। ਨਾਲ ਹਰ ਰੋਜ਼ ਪ੍ਰਭੂ ਦਾ ਸਿਮਰਨ ਕਰਕੇ ਆਪਣਾ ਜੀਵਨ ਸਫਲ ਕਰਨ ਦਾ ਯਤਨ ਕਰਦਾ। ਇੱਕ ਦਿਨ ਲਾਹੌਰ ਵਿੱਚ ਬੜੀ ਭਾਰੀ ਵਰਖਾ ਹੋਈ। ਕੁਝ ਨਿੱਤ ਦੀ ਮਜ਼ਦੂਰੀ ਕਰਨ ਵਾਲੇ ਮਜ਼ਦੂਰ ਛੱਜੂ ਦੇ ਮਕਾਨ ਦੀ ਛੱਤ ਹੇਠ ਆ ਕੇ ਖੜ੍ਹੇ ਹੋ ਗਏ। ਜਦੋਂ ਭਗਤ ਜੀ ਨੇ ਉਹਨਾਂ ਨੂੰ ਉਦਾਸ ਖੜ੍ਹੇ ਦੇਖਿਆ ਤਾਂ ਪੁੱਛਿਆ ਕਿ ਭਾਈ, ਤੁਹਾਡੀ ਉਦਾਸੀ ਦਾ ਕਾਰਨ ਕੀ ਹੈ? ਮਜ਼ਦੂਰਾਂ ਨੇ ਕਿਹਾ ਕਿ ਮਹਾਰਾਜ, ਅਸੀਂ ਹਰ ਰੋਜ਼ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਭਰਦੇ, ਅੱਜ ਵਰਖਾ ਕਾਰਨ ਮਜ਼ਦੂਰੀ ਨਹੀਂ ਮਿਲੀ, ਇਸ ਕਰਕੇ ਦੁਖੀ ਹਾਂ। ਛੱਜੂ ਨੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ, ਮੈਂ ਤੁਹਾਨੂੰ ਕੰਮ ਦਿੰਦਾ ਹਾਂ। ਮਜ਼ਦੂਰੀ ਦੇ ਪੈਸੇ ਤੁਹਾਡੀ ਨਿੱਤ ਦੀ ਮਜ਼ਦੂਰੀ ਨਾਲੋਂ ਜ਼ਿਆਦਾ 4 ਆਨੇ ਦੇ 8 ਆਨੇ ਦੇਵਾਂਗਾ, ਪਰ ਮਨ ਲਗਾ ਕੇ ਕੰਮ ਕਰਨਾ।
ਮਜ਼ਦੂਰਾਂ ਨੇ ਕਿਹਾ, ਮਹਾਰਾਜ 7 ਬਚਨ। ਭਗਤ ਛੱਜੂ ਜੀ ਨੇ ਉਹਨਾਂ ਨੂੰ ਇੱਕ ਇੱਕ ਮਾਲਾ ਦੇ ਕੇ ਵੱਖਰੇ ਵੱਖਰੇ ਬਿਠਾ ਦਿੱਤਾ ਤੇ ਪਰਮੇਸ਼ਰ ਦਾ ਨਾਮ ਜਪਣ ਲਈ ਕਿਹਾ। ਕੁਝ ਕੁ ਸਮਾਂ ਜਪਦੇ ਰਹੇ, ਫਿਰ ਇੱਧਰ ਉੱਧਰ ਤੱਕਣ ਲੱਗੇ, ਬੈਠੇ ਬੈਠੇ ਪਾਸੇ ਪਰਤਣ ਲੱਗੇ। ਅਖੀਰ ਉੱਠ ਕੇ ਵਾਰੀ-ਵਾਰੀ ਭਗਤ ਜੀ ਕੋਲ ਆ ਕੇ ਕਹਿਣ ਲੱਗੇ ਕਿ ਮਹਾਰਾਜ ਆਹ ਸਾਂਭੋ ਆਪਣੀਆਂ ਮਾਲਾ, ਇਹੋ ਜਿਹੇ ਔਖੇ ਕੰਮ ਨਾਲੋਂ ਤਾਂ ਭੁੱਖੇ ਰਹਿਣਾ ਹੀ ਚੰਗਾ ਹੈ। ਇਹ ਕਹਿ ਕੇ ਮਾਲਾ ਸੁੱਟ ਕੇ ਚਲੇ ਗਏ। ਭਾਵ ਪਰੰਤੂ ਪ੍ਰਭੂ ਦਾ ਨਾਮ ਜਪਣਾ ਬੜਾ ਔਖਾ ਹੈ। ਛੱਜੂ ਦੀ ਮਾਰਬਲ ਦੀ ਸਮਾਧੀ ਬਣੀ ਹੈ ਅਤੇ ਉਸ ਦੀ ਦੁਕਾਨ ਵਾਲੀ ਜਗ੍ਹਾ 'ਤੇ ਮਹਾਰਾਜਾ ਰਣਜੀਤ ਸਿੰਘ ਨੇ ਸੁੰਦਰ ਮੰਦਰ ਬਣਾ ਦਿੱਤਾ ਸੀ। ਇਸ ਦੇ ਚੁਬਾਰੇ ਤੋਂ ਹੀ ਪੰਜਾਬੀ 'ਚ ਕਹਾਵਤ ਪ੍ਰਚਲਿਤ ਹੋਈ ਹੈ ਕਿ ਜੋ ਸੁਖ ਛੱਜੂ ਦੇ ਚੌਬਾਰੇ, ਨਾ ਬਲਖ ਨਾ ਬੁਖਾਰੇ। ਸੋ ਇਸੇ ਤਰ੍ਹਾਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਇੱਕ ਸਾਖੀ ਆਉਂਦੀ ਹੈ। ਪਾਤਸ਼ਾਹ ਕੋਲ ਇੱਕ ਦਿਨ ਕੁਝ ਬ੍ਰਾਹਮਣਾਂ ਨੇ ਆ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ, ਆਪ ਜੀ ਦੇ ਅਵਤਾਰ ਹੁੰਦਿਆਂ ਹੋਇਆਂ ਅਸੀਂ ਬੜੇ ਦੁਖੀ ਅਤੇ ਔਖੇ ਹਾਂ। ਹੁਣ ਲੋਕ ਸਾਡਾ ਸਤਿਕਾਰ ਤੇ ਪੂਜਾ ਨਹੀਂ ਕਰਦੇ, ਸਾਰੇ ਗੁਜਰਾਨ ਬੰਦ ਹੋ ਗਏ। ਆਪ ਸਾਡੇ ਉੱਤੇ ਵੀ ਕਿਰਪਾ ਕਰੋ। ਸਤਿਗੁਰਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਜੋ ਆਖਾਂਗੇ ਕੀ ਉਹ ਮੰਨੋਗੇ? ਤਾਂ ਬ੍ਰਾਹਮਣ ਕਹਿਣ ਲੱਗੇ ਕਿ ਮਹਾਰਾਜ, ਜੇਕਰ ਰੋਜੀ ਰੋਟੀ ਮਿਲਦੀ ਹੋਵੇ ਤਾਂ ਕਿਉਂ ਨਹੀਂ ਮੰਨਾਂਗੇ, ਜ਼ਰੂਰ ਮੰਨਾਂਗੇ। ਸਤਿਗੁਰਾਂ ਨੇ ਉਹਨਾਂ ਬ੍ਰਾਹਮਣਾਂ ਨੂੰ ਕਿਹਾ ਕਿ ਤੁਸੀਂ ਹਰ ਰੋਜ਼ ਇੱਥੇ ਬੈਠ ਕੇ 8 ਘੰਟੇ ਪ੍ਰਭੂ ਦਾ ਨਾਮ ਜਪਣਾ ਹੈ। ਉਸ ਦੇ ਬਦਲੇ ਤੁਹਾਨੂੰ ਹਰ ਰੋਜ਼ 5 ਮੋਹਰਾਂ ਨਗਦ, ਖਾਣ ਪੀਣ ਨੂੰ ਚੰਗੇ ਭੋਜਨ, ਪਹਿਨਣ ਨੂੰ ਚੰਗੇ ਕੱਪੜੇ ਮਿਲ ਜਾਇਆ ਕਰਨਗੇ। ਬ੍ਰਾਹਮਣਾਂ ਨੇ ਕਿਹਾ ਕਿ ਮਹਾਰਾਜ ਠੀਕ ਹੈ। ਸਤਿਗੁਰਾਂ ਦੇ ਹੁਕਮ ਅਨੁਸਾਰ ਸਾਰੇ ਬ੍ਰਾਹਮਣ ਵੱਖ-ਵੱਖ ਥਾਵਾਂ 'ਤੇ ਬੈਠ ਕੇ ਨਾਮ ਜਪਣ ਲੱਗੇ। ਭਾਈ ਆਲਮ ਸਿੰਘ ਉਹਨਾਂ ਦੀ ਨਿਗਰਾਨੀ ਕਰਨ ਲੱਗੇ। ਸਾਰਾ ਦਿਨ ਬੀਤ ਜਾਣ 'ਤੇ ਸਤਿਗੁਰਾਂ ਪਾਸ ਹਾਜ਼ਰ ਹੋਏ। ਗੁਰੂ ਜੀ ਨੇ ਉਹਨਾਂ ਨੂੰ ਘਿਓ, ਖੰਡ ਆਦਿ ਵਧੀਆ ਸਨਿਗਧ ਭੋਜਨ ਕਹਿ ਕੇ ਛਕਵਾਏ ਅਤੇ 5 ਮੋਹਰਾਂ ਤੇ ਬਸਤਰ ਦੇ ਕੇ ਕਿਹਾ, ਤੁਸੀਂ ਹਰ ਰੋਜ਼ ਇਸੇ ਤਰ੍ਹਾਂ ਨਾਮ ਜਪਣਾ ਹੈ। ਪਰ ਬ੍ਰਾਹਮਣ ਕਹਿਣ ਲੱਗੇ ਕਿ ਮਹਾਰਾਜ, ਜੋ ਹੋਇਆ ਇਹੋ ਬਹੁਤ ਹੈ, ਸਾਥੋਂ ਹੋਰ ਨਾਮ ਨਹੀਂ ਜਪਿਆ ਜਾਣਾ। ਬਹੁਤ ਔਖਾ ਕੰਮ ਹੈ, ਇਸ ਦੇ ਨਾਲੋਂ ਸਾਡਾ ਪੱਤਰੀ ਵਾਜਣਾ ਹੀ ਠੀਕ ਹੈ, ਉਸ ਦੇ ਨਾਲ ਹੀ ਗੁਜ਼ਾਰਾ ਕਰ ਲਵਾਂਗੇ। ਇਹ ਕਹਿੰਦੇ ਹੋਏ ਨਮਸਕਾਰ ਕਰਕੇ ਵਿਦਾ ਹੋ ਗਏ। ਰਾਹੂ ਕੇਤੂ ਦੋਏ ਬੈਲ ਹਮਾਰੇ, ਸਾੜ ਸਤੀ ਹੈ ਖੇਤੀ, ਪੱਤਰੀ ਹਮਾਰੀ ਬੜੀ ਸ਼ਿਕਾਰਨ, ਮਾਰ ਲਿਆਵੈ ਛੇਤੀ। ਭਾਵ ਪਰਮੇਸ਼ਰ ਦਾ ਨਾਮ ਜਪਣਾ ਬਹੁਤ ਕਠਿਨ ਹੈ। ਸਾਚੇ ਨਾਮ ਕੀ ਲਾਗੈ ਭੂਖ, ਤਿਤ ਭੂਖੈ ਖਾਏ ਚੱਲੀਐ ਦੁਖ। ਹੇ ਮਾਤਾ ਜੀ, ਜੇਕਰ ਹਿਰਦੇ ਵਿੱਚ ਪਰਮੇਸ਼ਰ ਦੇ ਸੱਚੇ ਨਾਮ ਦੀ ਭੁੱਖ ਸ਼ੁਦਾ ਲੱਗ ਜਾਵੇ, ਤਿਸ ਨਾਮ ਦੀ ਭੁੱਖ ਕਰਕੇ ਦੁੱਖ ਕਸ਼ਟ ਹੀ ਖਾ ਕੇ ਚੱਲੀਦੇ ਹਨ। ਭਾਵ ਸਾਰੇ ਦੁੱਖਾਂ ਨੂੰ ਨਿਵਰਤ ਕਰ ਲਈਦਾ। ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਹੇ ਮੇਰੀ ਮਾਏ, ਸਾਡੀ ਸਤਿਕਾਰਯੋਗ ਮਾਤਾ ਜੀ, ਫਿਰ ਉਹ ਪਰਮੇਸ਼ਰ ਸਾਨੂੰ ਕਿਹੜੀ ਗੱਲੋਂ ਵਿਸਰੇ ਭੁੱਲ ਜਾਵੇ? ਉਸ ਨੂੰ ਕਿਉਂ ਭੁਲਾਈਏ ਜਿਹੜਾ ਪਰਮੇਸ਼ਰ ਸੱਚਾ ਸਾਹਿਬ ਮਾਲਕ ਹੈ ਅਤੇ ਜਿਸ ਦਾ ਨਾਮ ਹੀ ਸੱਚਾ ਹੈ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਹੇ ਮਾਤਾ ਜੀ, ਪਰਮੇਸ਼ਰ ਦੇ ਸੱਚੇ ਨਾਮ ਦੀ ਜਿਹੜੀ ਕਣ ਮਾਤਰ ਵੀ ਵਡਿਆਈ ਮਹਿਮਾ ਹੈ, ਉਸ ਨੂੰ ਆਖ ਕਹਿ ਕਰਕੇ ਬੜੇ ਬੜੇ ਵਿਦਵਾਨ ਪੰਡਤ ਸ਼ੇਸ਼ਨਾਗ ਆਦਿ ਵਰਗੇ ਥੱਕ ਗਏ, ਪਰੰਤੂ ਉਸ ਦੇ ਸੱਚੇ ਨਾਮ ਦੀ ਕਦਰ ਕਿਸੇ ਕੋਲੋਂ ਵੀ ਨਾ ਪਈ, ਨਾ ਕਿਸੇ ਨੇ ਪਾਉਣਾ ਕੀਤੀ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਹੇ ਮਾਤਾ ਜੀ, ਜੇਕਰ ਸਾਰੀ ਦੁਨੀਆ ਦੇ ਜੀਵ ਵਿਦਵਾਨ ਆਦਿ ਮਿਲ ਕਰਕੇ ਉਸ ਪਰਮੇਸ਼ਰ ਦੀ ਮਹਿਮਾ ਨੂੰ ਤਿਲ ਮਾਤਰ ਵੀ ਕਹਿਣਾ ਕਰਨ ਪਾਉਣ, ਤਾਂ ਇਹਨਾਂ ਲੋਕਾਂ ਦੀ ਵਡਿਆਈ ਕਰਨ ਕਰਕੇ ਉਹ ਵੱਡਾ ਨਹੀਂ ਹੁੰਦਾ, ਅਤੇ ਵਿਪਰੀਤ ਤੇ ਨਿੰਦਿਆ ਵਾਲੇ ਬਚਨ ਕਹਿਣ ਤੇ ਉਹ ਘਟਦਾ ਨਹੀਂ, ਘਟ ਨਹੀਂ ਜਾਂਦਾ। ਨਾ ਉਹ ਮਰੈ ਨਾ ਹੋਵੈ ਸੋਗ, ਦੇਂਦਾ ਰਹਿ ਨਾ ਚੂਕੈ ਭੋਗ। ਹੇ ਮਾਤਾ ਜੀ, ਨਾ ਹੀ ਉਹ ਪਰਮੇਸ਼ਰ ਮਰਦਾ ਹੈ, ਨਾ ਹੀ ਕਿਸੇ ਪ੍ਰਕਾਰ ਦਾ ਸੋਗ ਗਮ ਹੁੰਦਾ। ਉਹ ਪਰਮੇਸ਼ਰ ਤਾਂ ਸਭਨਾਂ ਨੂੰ ਦਾਤਾਂ ਦਿੰਦਾ ਰਹਿੰਦਾ ਅਤੇ ਉਸਦੇ ਦਿੱਤੇ ਹੋਏ ਭੋਗ ਪਦਾਰਥ ਕਦੇ ਵੀ ਚੂਕਿਆ ਹੁੰਦਾ, ਮੁੱਕਦੇ ਨਹੀਂ, ਨਾਸ ਨਹੀਂ ਹੁੰਦੇ। ਗੁਣ ਇਹੋ ਹੋਰ ਨਾਹੀ ਕੋਇ,
ਨਾ ਕੋ ਹੋਆ ਨਾ ਕੋ ਹੋਏ। हे ਮਾਤਾ ਜੀ, ਇਹੋ ਜਿਹੇ ਗੁਣਾਂ ਵਾਲਾ ਪਰਮੇਸ਼ਰ, ਉਸ ਤੋਂ ਬਿਨਾਂ ਕੋਈ ਹੋਰ ਵੀ ਦਾਤਾਂ ਦੇਣ ਵਾਲਾ ਨਹੀਂ ਹੈ। ਇਹੋ ਜਿਹੇ ਗੁਣ ਕਿਸੇ ਹੋਰ ਵਿੱਚ ਨਹੀਂ ਕਹੇ ਜਾ ਸਕਦੇ, ਨਾ ਹੀ ਕੋਈ ਪਿੱਛੇ ਹੋਇਆ, ਨਾ ਹੀ ਕੋਈ ਅੱਗੇ ਨੂੰ ਹੋਵੇਗਾ। ਜੇ ਵੱਡ ਆਪ ਤੇ ਵੱਡ ਤੇਰੀ ਦਾਤ। हे ਮਾਤਾ ਜੀ, ਜਿੱਡਾ ਵੱਡਾ ਉਹ ਪਰਮੇਸ਼ਰ ਆਪ ਹੈ, ਓਨੀ ਹੀ ਵੱਡੀ ਉਸ ਪ੍ਰਭੂ ਦੀ ਦਾਤ ਹੈ। ਬਾਬਾ ਫਰੀਦ ਜੀ, ਭਗਤ ਸ਼ੇਖ ਫਰੀਦ ਜੀ ਦੀ ਸਾਖੀ ਆਉਂਦੀ। ਭਗਤ ਫਰੀਦ ਜੀ ਪਰਮੇਸ਼ਰ ਦੀ ਪ੍ਰਾਪਤੀ ਲਈ ਬੰਦਗੀ ਕਰਨ ਲਈ ਬਾਹਰ ਜੰਗਲਾਂ ਵਿੱਚ ਗਏ। ਬਹੁਤ ਸਮਾਂ ਅਤਿਅੰਤ ਕਠਿਨ ਬੰਦਗੀ ਕਰਨ ਤੋਂ ਉਹਨਾਂ ਨੂੰ ਅੱਲਾ ਦੀ ਪ੍ਰਾਪਤੀ ਹੋਈ। ਇੱਕ ਦਿਨ ਫਰੀਦ ਜੀ ਆਪਣੀ ਮਾਤਾ ਜੀ ਨੂੰ ਮਿਲਣ ਲਈ ਆਏ। ਭਗਤ ਫਰੀਦ ਜੀ ਦੇ ਭਰਾਵਾਂ ਨੇ ਸਾਰੀ ਜਾਇਦਾਦ ਪਦਾਰਥ ਆਦਿਕ ਖੋਹ ਲਏ ਸਨ ਤੇ ਮਾਤਾ ਜੀ ਬਾਹਰ ਕੁੱਲੀ ਵਿੱਚ ਰਹਿਣ ਲੱਗ ਪਏ ਸਨ। ਭਗਤ ਫਰੀਦ ਜੀ ਦੇ ਮਾਤਾ ਜੀ ਵੀ ਬੰਦਗੀ ਕਰਨ ਵਾਲੇ, ਉਹ ਉੱਥੇ ਹੀ ਬੈਠ ਕੇ ਖੁਦਾ ਦੀ ਬੰਦਗੀ ਵਿੱਚ ਲੱਗੇ ਰਹਿੰਦੇ। ਜਿਸ ਵੇਲੇ ਉਹਨਾਂ ਨੇ ਭਗਤ ਫਰੀਦ ਜੀ ਨੂੰ ਖੁਦਾ ਦੀ ਬੰਦਗੀ ਵਾਲੇ ਪਾਸੇ ਲਾਇਆ ਤਾਂ ਉਦੋਂ ਆਪ ਨੇ ਮਸੱਲੇ ਦੇ ਹੇਠਾਂ ਸ਼ੱਕਰ ਦੀ ਪੁੜੀ ਲੁਕਾ ਕੇ ਰੱਖ ਦੇਣੀ ਤੇ ਕਹਿਣਾ ਕਿ ਖੁਦਾ ਤੇਰੀ ਬੰਦਗੀ ਤੋਂ ਖੁਸ਼ ਹੋ ਕੇ ਤੈਨੂੰ ਸ਼ੱਕਰ ਦਿੰਦਾ ਹੈ। ਫਰੀਦ ਜੀ ਸ਼ੱਕਰ ਖਾ ਕੇ ਬਹੁਤ ਖੁਸ਼ ਹੁੰਦੇ। ਜਦੋਂ ਫਰੀਦ ਜੀ ਆਪਣੀ ਮਾਤਾ ਜੀ ਕੋਲ ਆਏ ਤਾਂ ਮਾਤਾ ਜੀ ਭਗਤ ਫਰੀਦ ਜੀ ਦੇ ਦਰਸ਼ਨ ਕਰਕੇ ਬਹੁਤ ਖੁਸ਼ ਹੋਏ ਤੇ ਚਾਅ ਨਾਲ ਕਿਹਾ ਕਿ ਇਹ ਪੁੱਤਰ, ਜੇ ਮੇਰੇ ਕੋਲ ਇੱਕ ਪਾਈਆ ਖੰਡ ਤੇ ਇੱਕ ਪਾਈਆ ਘਿਓ ਹੁੰਦਾ ਤਾਂ ਤੇਰੇ ਆਉਣ ਦੀ ਖੁਸ਼ੀ ਵਿੱਚ ਰੱਬ ਦੇ ਪਿਆਰਿਆਂ ਨੂੰ ਕੜਾਹ ਬਣਾ ਕੇ ਛਕਾਉਂਦੀ। ਜੇ ਰੱਬ ਇੰਨੀ ਦਾਤ ਬਖਸ਼ੇ ਤਾਂ ਬਹੁਤ ਨਿਆਮਤ ਹੈ। ਭਗਤ ਫਰੀਦ ਜੀ ਨੇ ਕਿਹਾ ਕਿ ਮਾਤਾ ਜੀ, ਖੁਦਾ ਤੁਹਾਡੀ ਇੱਛਾ ਪੂਰੀ ਕਰੇਗਾ। ਇਹ ਕਹਿ ਕੇ ਭਗਤ ਜੀ ਬਾਹਰ ਜੰਗਲ ਵਿੱਚ ਬੰਦਗੀ ਕਰਨ ਲਈ ਚਲੇ ਗਏ। ਉਹਨਾਂ ਦੇ ਜਾਣ ਤੋਂ ਮਗਰੋਂ ਪਰਮਾਤਮਾ ਸੌਦਾਗਰ ਦਾ ਰੂਪ ਧਾਰਨ ਕਰਕੇ ਊਠਾਂ ਉੱਤੇ ਖੰਡ ਅਤੇ ਘਿਓ ਆਦਿਕ ਪਦਾਰਥ ਲੱਦ ਕੇ ਲੈ ਆਇਆ। ਆ ਕੇ ਕਿਹਾ ਕਿ ਮਾਤਾ ਜੀ, ਇਹ ਅੰਦਰ ਰੱਖ ਲਵੋ। ਸਾਰੀ ਕੁੱਲੀ ਘਿਓ, ਖੰਡ ਆਦਿਕ ਸ਼ੱਕਰ ਪਦਾਰਥਾਂ ਨਾਲ ਭਰ ਦਿੱਤੀ। ਜਦੋਂ ਸ਼ਾਮ ਦੇ ਵੇਲੇ ਭਗਤ ਜੀ ਘਰ ਵਾਪਸ ਆਏ ਤਾਂ ਮਾਤਾ ਜੀ ਨੂੰ ਕੁੱਲੀ ਤੋਂ ਬਾਹਰ ਬੈਠਿਆਂ ਵੇਖ ਕੇ ਪੁੱਛਿਆ ਕਿ ਆਪ ਜੀ ਬਾਹਰ ਕਿਉਂ ਬੈਠੇ ਹੋ? ਤਾਂ ਮਾਤਾ ਜੀ ਕਹਿੰਦੇ ਕਿ हे ਪੁੱਤਰ, ਕੋਈ ਰਾਜਾ ਆਇਆ ਸੀ, ਉਸਨੇ ਹੀ ਪਦਾਰਥਾਂ ਨਾਲ ਸਾਰੀ ਕੁੱਲੀ ਭਰ ਦਿੱਤੀ। ਭਗਤ ਫਰੀਦ ਜੀ ਕਹਿਣ ਲੱਗੇ, ਉਹ ਤਾਂ ਖੁਦਾ ਹੀ ਤੁਹਾਡੀ ਮੰਗ ਪੂਰੀ ਕਰਨ ਆਇਆ ਸੀ। ਮਾਤਾ ਜੀ ਨੇ ਕਿਹਾ ਕਿ ਮੈਂ ਤਾਂ ਇੱਕ ਪਾਈਆ ਮੰਗਿਆ ਸੀ। ਭਗਤ ਜੀ ਕਹਿੰਦੇ ਹਨ ਕਿ ਮਾਤਾ ਜੀ, ਜਿੱਡਾ ਵੱਡਾ ਉਹ ਖੁਦਾ ਆਪ ਹੈ, ਉਸ ਦੇ ਪਾਈਏ ਵੀ ਓਨੇ ਹੀ ਵੱਡੇ ਹਨ। ਜੇ ਵੱਡ ਆਪ ਤੇ ਵੱਡ ਤੇਰੀ ਦਾਤ। ਜਿਨ ਦਿਨ ਕਰਕੇ ਕੀਤੀ ਰਾਤ। ਜਿਸ ਪਰਮੇਸ਼ਰ ਨੇ ਜੀਵਾਂ ਦੇ ਕਾਰ ਵਿਹਾਰ ਕਰਨ ਲਈ ਦਿਨ ਬਣਾ ਕਰਕੇ ਫਿਰ ਸਿਮਰਨ ਭਜਨ ਵਾਸਤੇ ਰਾਤ ਕਹੀਏ ਰਾਤਰੀ ਬਣਾਉਣਾ ਕੀਤੀ ਹੈ। ਖਸਮ ਵਿਸਾਰ ਹੈ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। हे ਮਾਤਾ ਜੀ, ਅਜਿਹੇ ਸਮਰੱਥ ਅਤੇ ਸਾਰਿਆਂ ਦੇ ਖਸਮ ਮਾਲਕ ਪਰਮੇਸ਼ਰ ਨੂੰ ਜਿਹੜੇ ਵਿਸਾਰਹਿ ਭੁਲਾ ਦਿੰਦੇ ਹਨ, ਉਹ ਕਮਜਾਤ ਨਿਮਨ ਜਾਤੀ ਪਾਪ ਭੈੜੀ ਜਾਤ ਵਾਲੇ ਆ। ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ हे ਮਾਤਾ ਜੀ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਤਾਂ ਸਨਾਤ ਭੂਤਨਿਆਂ ਦੀ ਨਿਆਈ ਹਨ। ਸੋ ਇੱਧਰ ਬੰਬੇ ਦੇ ਇਲਾਕੇ ਵਿੱਚ ਸਨਾਤ ਇੱਕ ਜਾਤ ਦਾ ਨਾਮ ਹੈ, ਜਿਨ੍ਹਾਂ ਦੀ ਰੋਟੀ ਆਦ ਭੰਗੀ ਵੀ ਨਹੀਂ ਖਾਂਦੇ। ਇਉਂ ਜਿਹੜੇ ਨਾਮ ਨਹੀਂ ਜਪਦੇ, ਉਹ ਨਾਮ ਵਿਹੂਣੇ ਇਹਨਾਂ ਵਰਗੇ ਨੀਵੀਂ ਜਾਤੀ ਵਾਲੇ ਹਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।